ਤੁਸੀਂ ਇੱਕ ਬਹੁਤ ਬੜੀ ਪੁਰਾਣੀ ਕਿਤਾਬਾਂ ਦੇ ਵਿੱਚ ਸੁਣੀ ਹੋਵੇ ਦੀ ਪੜ੍ਹੀ ਹੋਵੇ ਦੀ ਗੱਲ ਕਿ ਇੱਕ ਬੰਦਾ ਰੋਜ਼ਾਨਾ ਝੂਠ ਮਾਰਦਾ ਸੀ ਕਿ ਸ਼ੇਰ ਆ ਗਿਆ, ਉਹ ਮੇਰੀਆਂ ਬੱਕਰੀਆਂ ਨੂੰ ਨੁਕਸਾਨ ਦਿੰਦਾ ਔਰ ਮੈਨੂੰ ਵੀ ਖਾ ਜਾਏਗਾ। ਅਤੇ ਸਾਰਾ ਪਿੰਡ ਜਾਂਦਾ ਸੀ। ਉਹ ਜਿਸ ਵਕਤ ਉੱਥੇ ਜਾਂਦਾ ਸੀ ਤਾਂ ਉਹ ਕਹਿੰਦਾ ਮੈਂ ਤਾਂ ਮਜ਼ਾਕ ਕੀਤਾ। ਅਤੇ ਕਈ ਦਫਾ ਜਦੋਂ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਇੱਕ ਦਿਨ ਵਾਕਈ ਹੀ ਸ਼ੇਰ ਆ ਗਿਆ ਅਤੇ ਫਿਰ ਕੋਈ ਪਿੰਡ ਦਾ ਬੰਦਾ ਨਾ ਗਿਆ। ਇਹ ਬੜੀ ਪੁਰਾਣੀ ਗੱਲ ਤੁਸੀਂ ਸੁਣੀ ਹੋਣੀ ਹੈ ਕਿ ਝੂਠ ਇੱਕ ਐਸੀ ਚੀਜ਼ ਦਾ ਨਾਂ ਹੈ ਕਿ ਬੰਦਾ ਜਦੋਂ ਆਪ ਬੋਲਦਾ ਨਾ ਤਾਂ ਇਹਦਾ ਬੜਾ ਮਜ਼ਾ ਆਉਂਦਾ, ਅਤੇ ਜਦੋਂ ਕੋਈ ਬੋਲੇ ਤਾਂ ਫਿਰ ਬੜੀ ਤਕਲੀਫ ਹੁੰਦੀ ਹੈ ਕਿ ਵੀ ਉਹਨੇ ਝੂਠ ਮਾਰਿਆ। ਫਿਰ ਕਈ ਬੰਦੇ ਐਸੇ ਹੁੰਦੇ ਨੇ ਕਿ ਝੂਠੀ ਕਸਮ ਵੀ ਚੁੱਕ ਜਾਂਦੇ ਨੇ। ਫਿਰ ਕਈਆਂ ਨੇ ਐਸਾ ਵਤੀਰਾ ਬਣਾਇਆ ਹੁੰਦਾ ਹੈ ਕਿ ਉਹਨਾਂ ਦਾ ਕੰਮ ਹੀ ਇਹ ਹੁੰਦਾ ਹੈ ਕਿ ਹਰ ਗੱਲ ਨਾਲ ਝੂਠ ਅਤੇ ਹਰ ਗੱਲ ਨਾਲ ਕਸਮ। ਉਹ ਫਿਰ ਇੱਕ ਵਕਤ ਆ ਜਾਂਦਾ ਕਿ ਫਿਰ ਉਹਨਾਂ ਦੀ ਸੱਚੀ ਵੀ ਝੂਠੀ ਲੱਗਣ ਲੱਗ ਪੈਂਦੀ, ਕਿਉਂਕਿ ਉਹਨਾਂ ਨੇ ਝੂਠ ਦਾ ਆਪਣੇ ਆਪ ਨੂੰ ਬਦਨਾਮ ਹੀ ਇੰਨਾ ਕਰ ਲਿਆ ਹੁੰਦਾ ਹੈ ਕਿ ਝੂਠਾ ਬੰਦਾ ਜਦ ਤੁਹਾਨੂੰ ਯਕੀਨ ਹੋ ਜਾਏ ਨਾ ਕਿ ਵੀ ਇਹ ਝੂਠਾ ਹੈ, ਉਹ ਝੂਠ ਸਾਬਤ ਹੋ ਗਿਆ, ਅਤੇ ਇਹ ਗੱਲ ਜ਼ਿਹਨ 'ਚ ਰੱਖਿਓ ਕਿ ਐਸੇ ਬੰਦੇ ਤੋਂ ਕਦੇ ਉਮੀਦ ਨਾ ਰੱਖਿਓ ਕਿ ਉਹ ਤੁਹਾਡੇ ਨਾਲ ਮੁਫਲਸ ਹੈ। ਕਿਉਂਕਿ ਝੂਠ ਮਾਰਨ ਵਾਲਾ ਬੰਦਾ ਕੋਈ ਬੜਾ ਗੁਨਾਹ ਕਰਦਿਆਂ ਵੀ ਕਦੇ ਦਰੇਗ ਨਹੀਂ ਕਰਦਾ, ਕਿਉਂਕਿ ਝੂਠ ਹੀ ਮੇਨ ਜੜ੍ਹ ਹੈ। ਮੇਨ ਵਜ੍ਹਾ ਇਹ ਹੀ ਹੈ ਕਿ ਜਿਹੜਾ ਬੰਦਾ ਸਟਾਰਟ 'ਤੇ ਛੋਟਾ ਝੂਠ ਮਾਰ ਸਕਦਾ ਉਹ ਵੱਡਾ ਵੀ ਮਾਰ ਸਕਦਾ, ਛੋਟਾ ਗੁਨਾਹ ਕਰ ਸਕਦਾ ਵੱਡਾ ਵੀ ਕਰ ਸਕਦਾ। ਉਹ ਫਿਰ ਐਸੇ ਸ਼ਖਸ ਤੋਂ ਬਹੁਤ ਮੁਹਤਾਤ ਰਹੋ ਔਰ ਬੜਾ ਖਤਰਨਾਕ ਹੁੰਦਾ ਹੈ, ਕਿਉਂਕਿ ਉਹਨੇ ਆਪਣੀ ਜਾਨ ਝੂਠ ਮਾਰ ਕੇ ਬਚਾ ਲੈਣੀ ਹੈ। ਲੇਕਿਨ ਤੁਸੀਂ ਸੱਚੇ ਹੋ ਜਾਂ ਤੁਹਾਡੇ ਦਿਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਮੈਲ ਨਹੀਂ ਆਵੀ, ਤੁਸੀਂ ਕਾਬੂ ਆ ਜਾਣਾ। ਅਗਰ ਮੁਫਲਸ ਦੋਸਤ ਜਾਂ ਮੁਫਲਸ ਰਿਸ਼ਤੇਦਾਰ ਤੁਹਾਡੇ ਨਾਲ ਨਾਰਾਜ਼ ਹੁੰਦਾ ਨਾ ਤਾਂ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਿਆ ਕਰੋ, ਉਹਦੇ ਨਾਲ ਜ਼ਿੱਦ ਨਾ ਕਰਿਆ ਕਰੋ, ਕਿਉਂਕਿ ਅਗਰ ਉਹ ਸਖਤ ਹੈ ਨਾ ਤਾਂ ਉਹਦੀ ਮੁਫਲਸੀ ਹੈ, ਉਹਦਾ ਬੜਾਪਨ ਹੈ, ਉਹ ਸੱਚਾ ਖਰਾ ਹੈ, ਅਤੇ ਇਸ ਵਾਸਤੇ ਤੁਹਾਡੇ ਨਾਲ ਉਹ ਨਾਰਾਜ਼ ਵੀ ਹੋ ਸਕਦਾ। ਉਹ ਨਾਰਾਜ਼ਗੀ ਦੀ ਕੋਈ 100 ਵਜੂਹਾਤ ਹੋ ਸਕਦਾ, ਤੁਹਾਡੀ ਵੀ ਗਲਤੀ ਹੋ ਸਕਦੀ ਹੈ, ਉਹਦੀ ਵੀ ਹੋ ਸਕਦੀ ਹੈ, ਲੇਕਿਨ ਉਹਨੂੰ ਕਾਬੂ ਕਰੋ ਔਰ ਉਹਨੂੰ ਮਨਾਉਣ 'ਚ ਕਦੇ ਟਾਈਮ ਨਾ ਲਾਓ, ਕਦੇ ਹਿਚਕਚਾਓ ਨਾ, ਕਦੇ ਡਰੋ ਨਾ, ਕਦੇ ਤੁਸੀਂ ਇਹ ਨਹੀਂ ਦੇਖਣ ਲਈ ਕਿ ਤੁਹਾਨੂੰ ਨੀਚਾ ਦਿਖਾਏਦਾ, ਕਿਉਂਕਿ ਉਹ ਮੁਫਲਸ ਹੈ। ਲੇਕਿਨ ਅਗਰ ਝੂਠਾ ਬੰਦਾ ਤੁਹਾਡੇ ਨਾਲ ਨਾਰਾਜ਼ ਹੁੰਦਾ ਹੈ ਤਾਂ ਰੱਬ ਦਾ ਸ਼ੁਕਰ ਬਜਾ ਲਾਓ ਕਿ ਐਸੇ ਬੰਦੇ ਤੋਂ ਜਾਨ ਛੁੱਟ ਗਈ ਹੈ, ਔਰ ਇਹੋ ਜਿਹੇ ਬੰਦਿਆਂ ਤੋਂ ਜਾਨ ਛੁਡਾਉਣੀ ਚਾਹੀਦੀ ਹੈ। ਕੋਈ ਸਵਾਬ ਬਣੇ ਤਾਂ ਉਹਦੇ ਤੋਂ ਜਾਨ ਛੁਡਾ ਲਓ, ਕਿਉਂਕਿ ਝੂਠ ਜਿਹੜਾ ਨਾ ਇਹ ਤੁਹਾਨੂੰ ਅੱਜ ਇਸ ਤਰ੍ਹਾਂ ਲੱਗਦਾ ਕਿ ਵੀ ਸਭ ਤੋਂ ਮੇਨ ਜਿਹੜਾ ਸਮਝ ਲਓ ਸਟਾਰਟਿੰਗ ਦੇ ਵਿੱਚ ਤੁਸੀਂ ਆਪਣੀ ਬੱਚਿਆਂ ਦੀ ਜਿਹੜੀ ਪਰਵਰਿਸ਼ ਕਰਦੇ ਹੋ ਉਹਦੇ ਵਿੱਚ ਕਦੇ ਬੱਚੇ ਨਾਲ ਵੀ ਝੂਠ ਨਾ ਬੋਲੋ। ਕਦੇ ਘਰ ਦੇ ਵਿੱਚ ਛੋਟੀ ਛੋਟੀ ਗੱਲ 'ਤੇ ਸ਼ੁਗਲ ਮੇਲੇ 'ਚ ਮਜ਼ਾਕ ਦੇ ਵਿੱਚ ਕਈ ਬੰਦੇ ਜਿਹੜਾ ਨਾ ਉਹ ਝੂਠ ਲਾਈਟ ਲੈਂਦੇ ਨੇ ਕਿ ਮੈਂ ਤਾਂ ਮਜ਼ਾਕ ਕੀਤਾ। ਉਹ ਮਜ਼ਾਕ ਹੀ ਇੱਕ ਦਿਨ ਹਕੀਕਤ ਬਦਲ ਜਾਂਦਾ ਹੈ ਕਿ ਫਿਰ ਤੁਹਾਨੂੰ ਸਮਝ ਨਹੀਂ ਰਲਦੀ ਕਿ ਵੀ ਮੈਂ ਤਾਂ ਸੱਚ ਬੋਲਿਆ, ਲੇਕਿਨ ਅਗਲਾ ਬੰਦਾ ਕਹਿੰਦਾ ਯਾਰ ਤੂੰ ਉਸ ਦਿਨ ਵੀ ਤਾਂ ਝੂਠ ਬੋਲਿਆ ਸੀ ਨਾ, ਅਤੇ ਅਸੀਂ ਤਾਂ ਝੂਠ ਸਮਝਿਆ। ਲਿਹਾਜ਼ਾ ਘਰ ਦੇ ਵਿੱਚ ਬੱਚੇ ਨੂੰ ਜਦੋਂ ਤੁਸੀਂ ਕਈ ਵਾਰੀ ਕਹਿੰਦੇ ਹੋ ਨਾ ਕਿ ਜਾਓ ਬਾਹਰ ਦੇਖੋ ਕੌਣ ਹੈ, ਔਰ ਉनको ਕਹੋ ਕਿ ਮੇਰਾ ਅੱਬੂ ਘਰ ਨਹੀਂ ਆਣ ਜਾਂ ਅੰਮੀ ਘਰ ਨਹੀਂ ਜਾਂ ਕੋਈ, ਅਤੇ ਸਮਝ ਲਓ ਤੁਸੀਂ ਬੱਚੇ ਦੀ ਖੁਦ ਟ੍ਰੇਨਿੰਗ ਕਰ ਰਹੇ ਹੋ ਝੂਠ ਮਾਰਨ ਦੀ। ਉਹ ਬੱਚੇ ਨੂੰ ਤਾਂ ਇਸ ਗੱਲ ਦਾ ਪਤਾ ਹੈ ਕਿ ਪਿਓ ਮੇਰਾ ਝੂਠ ਮਾਰਦਾ ਪਿਆ, ਮੇਰੀ ਮਾਂ ਝੂਠ ਮਾਰਦੀ ਵੀ। ਇਹ ਹੀ ਉਹਦੀ ਸਟਾਰਟਿੰਗ ਹੈ। ਫਿਰ ਉਹ ਸਕੂਲ 'ਚ ਜਾਏਗਾ, ਉੱਥੇ ਝੂਠ ਬੋਲੇਗਾ, ਫਿਰ ਸਕੂਲੋਂ ਆਣ ਕੇ ਤੁਹਾਡੇ ਨਾਲ ਝੂਠ ਬੋਲੇਗਾ। ਫਿਰ ਉਹਨੂੰ ਪਤਾ ਹੋਵੇਗਾ ਕਿ ਝੂਠ ਬੋਲਣ ਨਾਲ ਕੁਝ ਵੀ ਨਹੀਂ ਹੁੰਦਾ। ਫਿਰ ਉਹ ਹਰ ਜਗ੍ਹਾ 'ਤੇ ਤੁਹਾਡੇ ਵਾਸਤੇ ਖਤਰਨਾਕ ਸਾਬਤ ਹੋਵੇਗਾ, ਕਿਉਂਕਿ ਘਰ ਦੇ ਵਿੱਚ ਤੁਸੀਂ ਟ੍ਰੇਨਿੰਗ ਉਹਦੀ ਖੁਦ ਝੂਠ ਦੀ ਕਰ ਲਈ ਹੈ। ਜਿਸ ਜਗ੍ਹਾ 'ਤੇ ਜਾਏਗਾ, ਜਦੋਂ ਵੀ ਜਾਏਗਾ, ਤੁਹਾਨੂੰ ਉਹਦਾ ਕੋਈ ਤੁਸੀਂ ਗਰੰਟੀ ਨਹੀਂ ਦੇ ਸਕਦੇ ਕਿ ਸਾਡਾ ਬੱਚਾ ਫਲਾਣੀ ਜਗ੍ਹਾ 'ਤੇ ਅਸੀਂ ਭੇਜਿਆ ਔਰ ਉੱਥੇ ਹੀ ਹੋਵੇਗਾ, ਕਿਉਂਕਿ ਤੁਸੀਂ ਉਹਦੀ ਬੇਸ ਖਰਾਬ ਕਰ ਛੜੀ, ਤੁਸੀਂ ਉਹਦੀ ਜੜ੍ਹ ਖਰਾਬ ਕਰ ਲਈ ਹੈ। ਹੁਣ ਤੁਸੀਂ ਉਹਦੇ ਤੋਂ ਉਮੀਦ ਨਾ ਰੱਖੋ ਕਿ ਤੁਹਾਨੂੰ ਦੱਸ ਕੇ ਕਿਹੜੀ ਜਗ੍ਹਾ 'ਤੇ ਗਿਆ ਔਰ ਆ ਕਿੱਥੋਂ ਰਿਹਾ, ਕਿੰਨੇ ਵਜੇ ਗਿਆ ਸੀ ਅਤੇ ਕਿੰਨੇ ਵਜੇ ਆਇਆ, ਇਹ ਤੁਹਾਡੇ ਕੋਲ ਕੋਈ ਸਬੂਤ ਨਹੀਂ, ਕਿਉਂਕਿ ਉਹਨੇ ਤੁਹਾਡੇ ਕੋਲੋਂ ਹੀ ਸਿੱਖਿਆ। ਖਾਸ ਕਰਕੇ ਬੱਚਿਆਂ ਦੇ ਮਾਮਲੇ 'ਚ ਬਿਲਕੁਲ ਸੀਰੀਅਸ ਰਹੋ ਕਿ ਉਹਨਾਂ ਦੇ ਸਾਹਮਣੇ ਕੋਈ ਇਸ ਕਿਸਮ ਦੀ ਲਬੋ ਲਹਿਜਾ, ਕੋਈ ਇਸ ਕਿਸਮ ਦਾ ਘਰ ਦੇ ਵਿੱਚ, ਕਿਉਂਕਿ ਉਹ ਟ੍ਰੇਨਿੰਗ ਹੈ ਉਹਨਾਂ ਦੀ, ਉਹ ਦੇਖ ਰਹੇ ਨੇ ਔਰ ਉੱਥੋਂ ਹੀ ਉਹਨਾਂ ਨੇ ਸਾਰੀ ਜ਼ਿੰਦਗੀ ਦਾ ਸਮਝ ਲਓ ਕਿ ਸਭ ਤੋਂ ਪਹਿਲਾਂ ਮਾਂ ਪਿਓ ਆਪਣਾ ਘਰ, ਉਸ ਤੋਂ ਬਾਅਦ ਉਹਨਾਂ ਨੇ ਬਾਅਦ ਤਰਬੀਅਤ ਲੈਣੀ ਹੈ ਸਕੂਲਾਂ ਮਦਰਸਿਆਂ ਔਰ ਫਲਾਣੀਆਂ ਜਗ੍ਹਾ ਤੋਂ, ਔਰ ਜਿੱਥੋਂ ਵੀ ਉਹਨਾਂ ਨੇ ਬੜੀਆਂ ਡਿਗਰੀਆਂ ਵੀ ਹਾਸਲ ਕਰਨੀਆਂ ਨੇ। ਅਗਰ ਉਹਨਾਂ ਦੀ ਬੇਸ ਖਰਾਬ ਹੈ ਤਾਂ ਫਿਰ ਉਹ ਕਿਤਨੀ ਵੀ ਬੜੀ ਡਿਗਰੀ ਲੈ ਲੇਦਾ, ਉਹਨੂੰ ਚੂੰਕਿ ਆਦਤ ਹੈ ਔਰ ਆਦਤ ਉਹਨੂੰ ਘਰੋਂ ਪਈ ਹੈ, ਉਹ ਜਾ ਨਹੀਂ ਸਕਦੀ। ਕਹਿੰਦੇ ਨੇ ਆਦਤਾਂ ਨਿਭ ਜਾਂਦੀਆਂ ਨੇ, ਮਕਾਈਆਂ ਨਹੀਂ ਜਾਂਦੀਆਂ।